ਰਸ਼ੀਆ ਤੇ ਯੂਕਰੇਨ ਦੀ ਲੜਾਈ ਹੈ ਇਹਦੇ ਨਾਲ ਇਕਨੋਮਿਕ ਇੰਬੈਲੈਂਸ ਇਕਨੋਮਿਕ ਡਿਸਰਪਸ਼ਨ ਹੋ ਰਹੀ ਹੈ ਫਾਈਨੈਂਸ਼ੀਅਲ ਮਾਰਕੀਟਸ ਦੇ ਅੰਦਰ ਹੋ ਰਹੀ ਹੈ ਹਲੇ ਇਹਦਾ ਇਫੈਕਟ ਪੂਰੀ ਤਰ੍ਹਾਂ ਨਹੀਂ ਆਇਆ ਪਰ ਸਪਲਾਈ ਚੇਨਸ ਹੈਵੀ ਮੈਟਲਸ ਪ੍ਰੈਸ਼ੀਅਸ ਰੇਅਰ ਅਰਥ ਮੈਟਲਸ ਇਹਨਾਂ ਦੀ ਪ੍ਰੋਡਕਸ਼ਨ ਇੰਪੈਕਟ ਹੋਵੇਗੀ ਕੰਟੇਨਰ ਮੂਵਮੈਂਟਸ ਜਿਨ੍ਹਾਂ ਦਾ ਮਾਲ ਜਾਣਾ ਸੀਗਾ ਫਰੋਮ ਇੰਡੀਆ ਉਹਨਾਂ ਦੇ ਉੱਤੇ ਇੰਪੈਕਟ ਹੈ ਕੋਈ ਲੋਕ ਜੋ ਉੱਥੋਂ ਇੰਪੋਰਟ ਕਰਦੇ ਸੀਗੇ ਉਹਨਾਂ ਦੀ ਸਪਲਾਈ ਚੇਨ ਡਿਸਰਪਟ ਹੋ ਰਹੀ ਹੈ ਗਵਰਨਮੈਂਟ ਆਫ ਇੰਡੀਆ ਨੇ PLI ਸਕੀਮ ਕੱਢੀ ਹੈ ਟੂ ਹੈਲਪ ਇੰਡਸਟਰੀ ਫਰੋਮ ਕੋਵਿਡ ਇੱਕ ਇਹ ਗਤੀ ਸ਼ਕਤੀ ਮਾਸਟਰ ਪਲਾਨ ਗਵਰਨਮੈਂਟ ਆਫ ਇੰਡੀਆ ਦਾ ਨਿਕਲਿਆ ਕਿ ਅਸੀਂ ਆਪਣਾ ਮਾਲ ਬਣਾ ਕੇ ਪੰਜਾਬ 'ਚ ਬਣਾ ਕੇ ਆਪਣੇ ਪੋਰਟਸ 'ਤੇ ਲੈ ਕੇ ਫਟਾਫਟ ਜਾਈਏ ਉਹਦੀ ਲਿੰਕੇजेस ਕਿੱਦਾਂ ਹੈਗੀਆਂ। ਸਤਿ ਸ਼੍ਰੀ ਅਕਾਲ, ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ। ਸੋ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ CII ਪੰਜਾਬ ਦੇ ਜਿਹੜੇ ਹੈੱਡ ਹੈਗੇ ਚੇਅਰਪਰਸਨ ਹੈਗੇ ਆ ਭਵਦੀਪ ਸਦਾਨਾ ਜੀ ਨਾਲ। ਸੋ ਗੱਲਬਾਤ ਕਰਾਂਗੇ ਯੂਕਰੇਨ ਤੇ ਰਸ਼ੀਆ ਦੇ ਵਿੱਚ ਜਿਹੜਾ ਇੱਕ ਵਾਰ ਛਿੜ ਗਈ ਹੈ ਸੋ ਇਸ ਨੂੰ ਲੈ ਕੇ ਪੰਜਾਬ ਇੰਡਸਟਰੀ ਤੇ ਕੀ ਅਸਰ ਪੈ ਰਿਹਾ ਹੈ। ਕਿਹਾ ਜਾ ਰਿਹਾ ਕਿ ਪੰਜਾਬ ਇੰਡਸਟਰੀ ਦਾ ਲਗਭਗ 500 ਕਰੋੜ ਦਾ ਨੁਕਸਾਨ ਹੋ ਰਿਹਾ, ਪੇਮੈਂਟਾਂ ਫਸਣ ਦੇ ਡਰ ਹੈ। ਸੋ ਜਾਣਦੇ ਹਾਂ CII ਦੇ ਜਿਹੜੇ ਚੇਅਰਪਰਸਨ ਹੈ ਇਹਨਾਂ ਦਾ ਕੀ ਓਪੀਨੀਅਨ ਹੈ, ਇਹ ਕੀ ਦੱਸ ਰਹੇ ਆ। ਸਰ ਨਮਸਕਾਰ। ਨਮਸਕਾਰ। ਦੇਖੋ ਜੀ ਜੋ ਇਹ ਰਸ਼ੀਆ ਤੇ ਯੂਕਰੇਨ ਦੀ ਲੜਾਈ ਹੈ ਇਹਦੇ ਨਾਲ ਇਕਨੋਮਿਕ ਇੰਬੈਲੈਂਸ ਇਕਨੋਮਿਕ ਡਿਸਰਪਸ਼ਨ ਹੋ ਰਹੀ ਹੈ ਫਾਈਨੈਂਸ਼ੀਅਲ ਮਾਰਕੀਟਸ ਦੇ ਅੰਦਰ ਹੋ ਰਹੀ ਹੈ ਹਲੇ ਇਹਦਾ ਇਫੈਕਟ ਪੂਰੀ ਤਰ੍ਹਾਂ ਨਹੀਂ ਆਇਆ ਪਰ ਸਪਲਾਈ ਚੇਨਸ ਹੈਵੀ ਮੈਟਲਸ ਪ੍ਰੈਸ਼ੀਅਸ ਰੇਅਰ ਅਰਥ ਮੈਟਲਸ ਇਹਨਾਂ ਦੀ ਪ੍ਰੋਡਕਸ਼ਨ ਇੰਪੈਕਟ ਹੋਵੇਗੀ ਉਹਦੇ ਨਾਲ ਕੀ ਇੰਪੈਕਟ ਆਉਂਦਾ ਗਲੋਬਲ ਸਪਲਾਈ ਚੇਨਸ ਦੇ ਅੰਦਰ ਇਹ ਦਿਖੇਗਾ। ਮੈਂ ਆਸ ਰੱਖਦਾ ਹਾਂ ਕਿ ਜੋ ਇਹ ਕੌਨਫਲਿਕਟ ਹੈ ਇਹ ਪੀਸਫੁਲੀ ਰਿਜ਼ੋਲਵ ਹੋਵੇ ਪਰ ਇਹਦਾ ਜਿਹੜਾ ਇੰਪੈਕਟ ਹੈ ਇਹ ਜਿਹੜੇ ਸਾਡੇ ਮੈਂਬਰ ਨੇ ਜੋ ਐਕਸਪੋਰਟ ਕਰਦੇ ਨੇ CIS ਕੰਟਰੀਜ਼ ਨੂੰ ਜਾਂ ਰਸ਼ੀਆ ਨੂੰ ਉਹਨਾਂ ਦੇ ਵਪਾਰ 'ਤੇ ਫਰਕ ਪਏਗਾ। ਅਸੀਂ ਜਲਦ ਹੀ ਇੱਕ ਫੀਡਬੈਕ ਸਰਵੇ ਲੈ ਕੇ ਭਾਰਤ ਸਰਕਾਰ ਨੂੰ ਇੱਕ ਸੁਝਾਅ ਪੱਤਰ ਦੇਣ ਲੱਗੇ ਹਾਂ ਥਰੂ ਦ ਸਟੇਟ ਗਵਰਨਮੈਂਟ ਕਿ ਸਾਡੇ ਜਿਹੜੇ ਐਕਸਪੋਰਟਰਸ ਨੇ ਜਾਂ ਇੰਪੋਰਟਰਸ ਨੇ ਜਿਹੜਾ ਕੰਮ ਕਰਦੇ ਨੇ ਇਹਨਾਂ ਦੇਸ਼ਾਂ ਨਾਲ ਉਹਨਾਂ ਵਾਸਤੇ ਕੀ ਸਹੂਲਤਾਂ ਕੀ ਇੰਟਰਵੈਂਸ਼ਨਸ ਹੋਣੀ ਚਾਹੀਦੀਆਂ ਜਾਂ ਕੀ ਕੋਈ ਰਿਲੈਕਸੇਸ਼ਨਸ ਚਾਹੀਦੀਆਂ ਪਾਲਿਸੀ ਵਿੱਚ ਕਿ ਇਹ ਜਿਹੜਾ ਸਮਾਂ ਇਹ ਨਿਕਲ ਜਾਏ। ਸਰ ਫਿਲਹਾਲ ਜਿਵੇਂ ਤੁਹਾਡਾ ਤੁਸੀਂ ਚੇਅਰ ਪਰਸਨੈਲਿਟੀ ਹੈਗੇ ਹੋ ਆਲਰੇਡੀ ਤੁਹਾਨੂੰ ਤੁਹਾਡੇ ਮੈਂਬਰਸ ਵੱਲੋਂ ਇੱਕ ਫੀਡਬੈਕ ਆ ਗਿਆ ਹੋਏਗਾ ਤਾਂ ਹਜੇ ਤੱਕ ਕਿੱਦਾਂ ਦੇ ਪ੍ਰੋਬਲਮਸ ਇਫ ਐਂਡ ਬਟਸ ਤੁਹਾਡੇ ਤੱਕ ਪਹੁੰਚੇ? ਦੇਖੋ ਜੀ ਕੰਟੇਨਰ ਮੂਵਮੈਂਟਸ ਜਿਨ੍ਹਾਂ ਦਾ ਮਾਲ ਜਾਣਾ ਸੀਗਾ ਫਰੋਮ ਇੰਡੀਆ ਉਹਨਾਂ ਦੇ ਉੱਤੇ ਇੰਪੈਕਟ ਹੈ ਕੋਈ ਲੋਕ ਜੋ ਉੱਥੋਂ ਇੰਪੋਰਟ ਕਰਦੇ ਸੀਗੇ ਉਹਨਾਂ ਦੀ ਸਪਲਾਈ ਚੇਨ ਡਿਸਰਪਟ ਹੋ ਰਹੀ ਹੈ ਗਲੋਬਲੀ ਅਸੀਂ ਦੇਖਾਂਗੇ ਜੋ ਯੂਕਰੇਨ ਗ੍ਰੇਨ ਮੂਵਮੈਂਟ ਹੁੰਦੀ ਹੈ ਓਡੇਸਾ ਪੋਰਟ ਤੋਂ ਜਾਂ ਜਿਹੜਾ ਇਨਫਲੇਸ਼ਨ ਇਹਦੇ ਨਾਲ ਰਿਲੇਟਡ ਹੈ ਇਹਦੇ ਉੱਤੇ ਕੋਈ ਇੰਪੈਕਟ ਹਲੇ ਹੋਰ ਕਿੰਨਾ ਆਏਗਾ ਇਹ ਮੈਂ ਕਹਿ ਨਹੀਂ ਸਕਦਾ ਕਿਉਂਕਿ ਇਹ ਸਿਚੁਏਸ਼ਨ ਇਵੋਲਵਿੰਗ ਹੈ ਬਟ ਅਸੀਂ ਉਮੀਦ ਰੱਖਦੇ ਹਾਂ ਕਿ ਇਹ ਜਿੰਨੀ ਇਹ ਵਰਲਡ ਪਾਵਰਸ ਇਨਵੋਲਵ ਹੋ ਰਹੀਆਂ ਕਿ ਜਲਦ ਤੋਂ ਜਲਦ ਇਹ ਖਤਮ ਹੋਵੇ ਅਤੇ ਪੀਸਫੁਲੀ ਇਹ ਇਹਨਾਂ ਦਾ ਕੋਈ ਹੱਲ ਨਿਕਲੇ। ਸਰ ਜਿਵੇਂ ਤੁਸੀਂ ਐਜ਼ ਏ ਚੇਅਰ ਪਰਸਨੈਲਿਟੀ ਕਿਉਂਕਿ ਬਹੁਤ ਸਾਰੀਆਂ ਇੱਦਾਂ ਦੀ ਪ੍ਰੋਬਲਮਸ ਤੁਸੀਂ ਫੇਸ ਕਰਦੇ ਰਹਿੰਦੇ ਹੋ ਜਾਂ ਤੁਹਾਡੇ ਕੋਲ ਲੋਕੀ ਲੈ ਕੇ ਆਉਂਦੇ ਸੋ ਕੀ ਆਪਣੇ ਮੈਂਬਰਸ ਨੂੰ ਰਾਏ ਦਿਓਗੇ ਇਸ ਟਾਈਮ 'ਤੇ ਕਿੱਦਾਂ ਦੀ ਸਕੇਅਰਡ ਹੋਣੇ ਪੈਸਾ ਫਸ ਗਿਆ ਟ੍ਰਾਂਜੈਕਸ਼ਨਸ ਰੁਕ ਗਈਆਂ ਸੋ ਕਿੱਦਾਂ ਦੇ ਸਟੈਪਸ ਲੈਣ ਜਾਂ ਉਹ ਆਪਣੇ ਆਪ ਨੂੰ ਕੂਲ ਕਿੱਦਾਂ ਕਰਨ ਕਿਉਂਕਿ ਮਨੀ ਆਲਰੇਡੀ ਅਸੀਂ ਕੋਵਿਡ 'ਚੋਂ ਨਿਕਲੇ ਆ ਪ੍ਰੋਪਰ ਸੈਟਲ ਡਾਊਨ ਹੋਏ ਨਹੀਂ ਔਰ ਸੈਕਿੰਡ ਇੱਕ ਇੱਦਾਂ ਦਾ ਜਿਹੜਾ ਇੱਕ ਕਰੰਟ ਲੱਗ ਜਾਣਾ ਮਤਲਬ ਇਹਨੂੰ ਜ਼ੋਰ ਦਾ ਝਟਕਾ ਕਹਿੰਦੇ ਆ ਸੋ ਕਿੱਦਾਂ ਦਾ ਕਰ ਸੋ ਮੈਂ ਸਾਰਿਆਂ ਨੂੰ ਇਹ ਸਲਾਹ ਦੇਵਾਂਗਾ ਕਿ ਗਵਰਨਮੈਂਟ ਆਫ ਇੰਡੀਆ ਦੀ ਜੋ ਸਕੀਮਸ ਹੈਗੀਆਂ ਜਾਂ ਜੋ ਪਾਲਿਸੀਜ਼ ਹੈਗੀਆਂ ਉਹਦੇ ਅੰਦਰ ਜਿੱਥੇ ਕਿਤੇ ਇੰਸ਼ੋਰੈਂਸ ਟ੍ਰੇਡ ਇੰਸ਼ੋਰੈਂਸ ਹੈ ਕਿਤੇ ਕੋਈ ਨਾ ਕੋਈ ਸੇਫਟੀ ਫੈਕਟਰ ਹੈਗਾ ਇੱਕ ਤਾਂ ਉਹ ਹਮੇਸ਼ਾ ਯੂਜ਼ ਕਰਨ ਦੂਜਾ ਜੇ ਕੋਈ ਇੱਦਾਂ ਦੀ ਅਨਫੋਰਸੀਨ ਇੰਸੀਡੈਂਟ ਜਿਹੜਾ ਅਨਕੰਟਰੋਲੇਬਲ ਹੈ ਉਹ ਥਰੂ CII ਸਾਨੂੰ ਜ਼ਰੂਰ ਦੱਸੋ ਕਿ ਅਸੀਂ ਉਹਨੂੰ ਫਾਸਟ ਟਰੈਕ ਕਰਾ ਕੇ ਜੇ ਗਵਰਨਮੈਂਟ ਕੋਈ ਹੈਲਪ ਕਰ ਸਕਦੀ ਹੈ ਉਹਨਾਂ ਨਾਲ ਅਸੀਂ ਉਹਨਾਂ ਦੇ ਕੰਨ ਜ਼ਰੂਰ ਕੱਢੀਏ ਗੱਲ ਕਿ ਇਹ ਪ੍ਰੋਬਲਮ ਹੈ ਇਹਨੂੰ ਸੋਲਵ ਕਰਨਾ ਚਾਹੀਦਾ then CII can use our office we can use our offices to highlight those problems at the highest level of the government ਚਾਹੇ ਸਟੇਟ 'ਚ ਹੋਵੇ ਚਾਹੇ ਪ੍ਰਧਾਨ ਮੰਤਰੀ ਦੇ ਆਫਿਸ 'ਚ ਹੋਣ ਅਤੇ CII ਦਾ ਜਿਹੜਾ ਲਿੰਕ ਹੈਗਾ ਅਤੇ ਜੋ ਸਾਡੀ ਵਰਕਿੰਗ ਹੈ
ਉਹਦਾ ਪੂਰਾ ਫਾਇਦਾ ਉਠਾਉਣਾ ਚਾਹੀਦਾ ਇਸ ਵੇਲੇ। ਸਰ CII ਨੂੰ ਨਾਰਮਲੀ ਇੱਕ ਬੜਾ ਪ੍ਰੋਫੈਸ਼ਨਲ ਆਰਗੇਨਾਈਜੇਸ਼ਨ ਮੰਨਿਆ ਜਾਂਦਾ ਔਰ ਸਾਰੇ ਹੀ ਅੱਛੀ ਫੈਮਿਲੀਜ਼ ਦੇ ਲੋਕ ਪ੍ਰੋਫੈਸ਼ਨਲ ਲੀਡਰਸ਼ਿਪ ਕੁਆਲਿਟੀਜ਼ ਬਹੁਤ ਕੁਝ ਤੁਸੀਂ ਸਿਖਾਉਂਦੇ ਹੋ। ਸੋ ਮੈਂ ਇਹ ਪੁੱਛਣਾ ਚਾਹਾਂਗਾ, ਕਿਹਾ ਜਾ ਰਿਹਾ ਸੀਗਾ ਕਿ ਕੋਵਿਡ ਦੇ ਦੌਰਾਨ ਬਹੁਤ ਸਾਰੀ ਓਪਰਚੁਨਿਟੀਜ਼ ਇੰਡੀਆ ਨੂੰ ਮਿਲੀ ਹੈ, ਇੰਡੀਅਨ ਇੰਡਸਟਰੀ ਨੂੰ ਮਿਲੀ ਹੈ। ਸੋ ਉਹਦੇ ਵਿੱਚ ਕਿੰਨੇ ਕੁ % ਅਸੀਂ ਫਾਇਦਾ ਚੱਕ ਪਾਏ ਹੈ ਜਾਂ ਹੋਰ ਕਿੱਦਾਂ ਦੀਆਂ ਚੀਜ਼ਾਂ ਤੁਹਾਡੇ ਸਾਹਮਣੇ ਆਈਆਂ ਪਰ ਅਸੀਂ ਉਹਦਾ ਮਿਸ ਕਰ ਜਾ ਰਹੇ ਹਾਂ, ਅਸੀਂ ਫਾਇਦਾ ਨਹੀਂ ਚੱਕ ਪਾ ਰਹੇ, ਇਨਵਾਇਰਮੈਂਟ ਦੇ ਲੈਕ ਆਫ ਇਨਵਾਇਰਮੈਂਟ ਜਾਂ ਹੋਰ ਕੋਈ ਚੀਜ਼ਾਂ ਪ੍ਰੋਬਲਮਸ? ਦੇਖੋ ਜੀ, ਇੰਡੀਆ ਦੀ ਜਿਹੜੀ ਗਰੋਥ ਹੈ, ਜਿਹੜੀ GDP ਗਰੋਥ ਹੈ, ਜੋ ਰੀਬਾਊਂਡ ਹੋਇਆ ਹੈ, ਸਾਰੀ ਦੁਨੀਆ ਚਾਹੁੰਦੀ ਹੈ ਕਿ ਇੱਕ ਚਾਈਨਾ +1 ਸਟ੍ਰੈਟੇਜੀ, ਹਰੇਕ ਦੇ ਮੂੰਹ ਇਹ ਲਫ਼ਜ਼ ਹੈਗਾ ਚਾਈਨਾ +1, ਚਾਈਨਾ ਦੇ ਇਲਾਵਾ ਹੋਰ ਕੌਣ। ਤਾਂ ਇੰਡੀਆ ਭਾਰਤ ਨੂੰ ਇੱਕ ਬਹੁਤ ਸੁਨਹਿਰਾ ਮੌਕਾ ਮਿਲਿਆ ਤੇ ਕਈ ਸੈਕਟਰਸ ਨੇ ਇਨਕੈਸ਼ ਵੀ ਕੀਤਾ। ਸਾਡਾ ਟੈਕਸਟਾਈਲ ਸੈਕਟਰ ਇਸ ਵੇਲੇ ਬਹੁਤ ਸੋਹਣਾ ਚੱਲ ਰਿਹਾ, ਜੋ ਸਾਡੀ ਆਪਣੀ ਕੰਜ਼ਿਊਮਰ ਡਿਮਾਂਡ ਹੈ ਉਹ ਬਹੁਤ ਚੰਗੀ ਚੱਲ ਰਹੀ ਹੈ। ਗਵਰਨਮੈਂਟ ਆਫ ਇੰਡੀਆ ਨੇ PLI ਸਕੀਮ ਕੱਢੀ ਹੈ ਟੂ ਹੈਲਪ ਇੰਡਸਟਰੀ ਫਰੋਮ ਕੋਵਿਡ। ਇੱਕ ਇਹ ਗਤੀ ਸ਼ਕਤੀ ਮਾਸਟਰ ਪਲਾਨ ਗਵਰਨਮੈਂਟ ਆਫ ਇੰਡੀਆ ਦਾ ਨਿਕਲਿਆ ਕਿ ਅਸੀਂ ਆਪਣਾ ਮਾਲ ਬਣਾ ਕੇ ਪੰਜਾਬ 'ਚ ਬਣਾ ਕੇ ਆਪਣੇ ਪੋਰਟਸ 'ਤੇ ਲੈ ਕੇ ਫਟਾਫਟ ਜਾਈਏ, ਉਹਦੀ ਲਿੰਕੇਜਸ ਕਿੱਦਾਂ ਹੈਗੀਆਂ। ਸੋ ਮੇਰੇ ਹਿਸਾਬ ਨਾਲ ਇਹ ਜਿਹੜੀ ਓਪਰਚੁਨਿਟੀ ਹੈ ਇਹ ਇੰਡਸਟਰੀ ਕੈਚ ਕਰ ਰਹੀ ਹੈ ਤੇ ਜਿਹੜੇ ਸੈਕਟਰਸ ਹਲੇ ਇਹਨਾਂ ਗੱਲਾਂ ਦਾ ਫਾਇਦਾ, ਇਸ ਓਪਰਚੁਨਿਟੀ ਦਾ, ਜਿਓ ਪੋਲੀਟਿਕਸ ਦੀ ਓਪਰਚੁਨਿਟੀ ਦਾ ਫਾਇਦਾ ਨਹੀਂ ਉਠਾ ਪਾਏ, ਉਹਨਾਂ ਵਾਸਤੇ ਉਹਨਾਂ ਦੇ ਜੋ ਕਾਰਨ ਸੀਗੇ ਕਿ ਕਿਸੇ ਸਟੇਟ 'ਚ ਈਜ਼ ਆਫ ਡੂਇੰਗ ਬਿਜ਼ਨਸ ਪੂਰਾ ਨਹੀਂ ਸੀਗਾ, ਕਿਸੇ ਸਟੇਟ 'ਚ ਇਨਫਰਾਸਟਰਕਚਰ ਮਿਸਿੰਗ ਸੀਗਾ, ਉਸ ਸਟੇਟ ਗਵਰਨਮੈਂਟਸ ਵੀ ਐਕਟਿਵ ਹੋ ਗਈਆਂ। ਆਪਸ 'ਚ ਕੰਪੀਟੀਸ਼ਨ ਹੈਗਾ ਸਟੇਟ ਗਵਰਨਮੈਂਟਸ ਦਾ, ਇਹਨਾਂ ਦੀਆਂ ਅਲੱਗ-ਅਲੱਗ ਪਾਲਿਸੀਜ਼ ਆ ਰਹੀਆਂ ਟੂ ਇਨਵਾਈਟ ਇਨਵੈਸਟਮੈਂਟ ਐਂਡ ਇੰਡਸਟਰੀਲਾਈਜੇਸ਼ਨ। ਆਈ ਬਿਲੀਵ 2 ਜਾਂ 3 ਸਾਲ ਦੇ ਅੰਦਰ ਤੁਸੀਂ ਦੇਖੋਗੇ ਕਿ ਜੋ ਗਵਰਨਮੈਂਟ ਦਾ ਟਾਰਗੇਟ ਸੀਗਾ $5 ਟ੍ਰਿਲੀਅਨ ਇਕੋਨਮੀ, ਮੇਰਾ ਆਪਣਾ ਪਰਸਨਲ ਬਿਲੀਫ ਹੈ ਦੈਟ ਅਸੀਂ ਇਹਨੂੰ ਬੜੇ ਆਰਾਮ ਨਾਲ ਅਚੀਵ ਕਰਾਂਗੇ, ਇਹਨੂੰ ਅਸੀਂ ਕ੍ਰਾਸ ਵੀ ਕਰ ਸਕਦੇ ਹਾਂ ਕਿਉਂਕਿ ਗਵਰਨਮੈਂਟ ਦੀ ਜੋ ਡਾਇਰੈਕਸ਼ਨ ਹੈ ਬਿਲਕੁਲ ਸਹੀ ਹੈ। ਤੁਹਾਡੀ ਬੈਸਟ ਲਰਨਿੰਗ ਕੀ ਰਹੀ ਇਸ ਪੂਰੇ ਤੁਹਾਡੇ ਟੈਨਿਓਰ ਦੇ ਵਿੱਚ? ਮੇਰੀ ਬੈਸਟ ਲਰਨਿੰਗ, ਜੇ ਮੈਂ ਇੱਕ ਗੱਲ ਦੱਸਾਂ, ਇੱਕ ਗੱਲ ਜਿਹੜੀ ਮੈਂ ਸਿੱਖੀ ਹੈ ਕਿ ਹਿਊਮੈਨਿਟੀ ਨੂੰ ਨਾਲ ਲੈ ਕੇ ਚੱਲੋ। ਸੇਵਾ ਜੋ ਇੰਡਸਟਰੀ ਨੇ ਕੀਤੀ ਹੈ ਡਿਊਰਿੰਗ ਦਾ ਕੋਵਿਡ ਵੇਵ, ਤੇ ਜੋ ਅਸੀਂ ਇਹ ਵਕਤ ਦੇਖਿਆ ਉਹਦੇ ਅੰਦਰ ਆਦਮੀ ਨੇ ਆਦਮੀ ਦਾ ਸਾਥ ਦਿੱਤਾ ਤੇ ਇੱਕ ਬਿਲੀਫ ਹੈ ਇਨ ਹਿਊਮੈਨਿਟੀ। ਜੇ ਇਹ ਬਿਲੀਫ ਬਣਿਆ ਰਹੇ ਤੇ ਲੋਕ ਇੱਕ ਦੂਜੇ ਦਾ ਸਾਥ ਦੇਣ ਤੇ ਸਾਰੀਆਂ ਮੁਸ਼ਕਿਲਾਂ ਹਟ ਜਾਣਗੀਆਂ। ਸੋ ਦਿਸ ਹੈਜ਼ ਬੀਨ ਮਾਈ ਬਿਗੇਸਟ ਲਰਨਿੰਗ। ਸੋ ਇਹ ਇੰਡੀਆ 'ਚ ਹੀ ਰਿਹਾ ਜਾਂ ਫੋਰਨ 'ਚ ਵੀ ਰਿਹਾ ਇਹ? ਦੇਖੋ, ਮੈਂ ਪੰਜਾਬ ਦੀ ਗੱਲ ਕਰਦਾ ਜਿੱਥੇ ਮੈਂ ਕਲੋਜ਼ਲੀ ਇਨਵੋਲਵਡ ਸੀਗਾ ਗਵਰਨਮੈਂਟ ਨਾਲ। ਗਵਰਨਮੈਂਟ ਨੇ ਹੈਲਪ ਮੰਗੀ ਤੇ ਮੇਰੇ ਇੰਡਸਟਰੀ ਕੋਲੀਗਸ ਨੇ ਪੂਰਾ ਸਪੋਰਟ ਕੀਤਾ ਤੇ ਅਸੀਂ ਉਸ ਸਮੇਂ ਤੋਂ ਨਿਕਲੇ ਹਾਂ ਤੇ ਅਸੀਂ 1 ਵੇਵ 2 ਵੇਵ 3 ਵੇਵ ਦੇਖ ਕੇ ਵੀ ਅਸੀਂ ਦੇਖਿਆ ਇਕਨੋਮਿਕ ਐਕਟੀਵਿਟੀ ਵਾਪਸ ਪੀਕ ਤੇ ਆ ਰਹੀ ਹੈ ਤੇ ਚੰਗੇ ਦਿਨ ਆਉਣ ਤੇ ਸਾਰੇ ਤੰਦਰੁਸਤ ਰਹਿਣ। ਇੱਕ ਆਖਰੀ ਕੁਐਸਚਨ ਸਰ, ਇਸ ਵਾਰੀ ਪਹਿਲੀ ਵਾਰੀ ਹੋਇਆ ਪੰਜਾਬ ਦੀ ਪੋਲਿਟਿਕਸ 'ਚ ਸੋ ਮੈਨੀ ਪੋਲੀਟੀਕਲ ਪਾਰਟੀਜ਼ ਇਨਵੋਲਵ ਹੋਈਆਂ ਔਰ ਇਲੈਕਸ਼ਨ ਲੜੀਆਂ। ਇਸ ਚੀਜ਼ ਦਾ ਇੰਡਸਟਰੀਅਲ ਸੈਕਟਰ ਨੇ ਕੀ ਰਿਵਿਊ ਕੀਤਾ ਕਿ ਇਹਦਾ ਪੰਜਾਬ ਨੂੰ, ਪੰਜਾਬ ਦੀ ਇੰਡਸਟਰੀ ਨੂੰ ਫਾਇਦਾ ਹੋਏਗਾ? ਕਿਉਂਕਿ ਆਲਰੇਡੀ ਅਸੀਂ 1 ਤੋਂ 16-17 ਤੱਕ ਪਹੁੰਚ ਚੁੱਕੇ ਹਾਂ। ਸੋ ਹੁਣ ਅੱਜ ਇਸ ਚੀਜ਼ ਨਾਲ ਆਪਸ 'ਚ ਇਹਨਾਂ ਦਾ ਪੋਲੀਟੀਕਲ ਪਾਰਟੀਜ਼ ਦੇ ਕੰਪੀਟੀਸ਼ਨ ਦਾ ਕੀ ਫਾਇਦਾ ਹੋ ਰਿਹਾ? ਪੰਜਾਬ ਨੂੰ ਫਾਇਦਾ ਹੋ ਰਿਹਾ, ਨੁਕਸਾਨ ਹੋ ਰਿਹਾ? ਦੇਖੋ ਜੀ, ਮੈਂ ਫੀਲ ਕਰਦਾ ਜਿੰਨੀਆਂ ਪੋਲੀਟੀਕਲ ਪਾਰਟੀਜ਼ ਨੇ ਹਰੇਕ ਨੂੰ ਪਤਾ ਇੰਡਸਟਰੀ ਦੀ ਭੂਮਿਕਾ ਕੀ ਹੈਗੀ ਹੈ। 35 to 37% ਸਟੇਟ ਦੀ GDP ਇੰਡਸਟਰੀ 'ਤੇ ਡਿਪੈਂਡ ਕਰਦੀ ਹੈ, ਇੰਪਲੋਇਮੈਂਟ ਜਨਰੇਟ ਕਰਦੀ ਹੈ। ਤਾਂ ਹਰੇਕ ਪੋਲੀਟੀਕਲ ਪਾਰਟੀ ਜਿਹਨੂੰ ਵੀ ਮੌਕਾ ਮਿਲੇ ਸਰਕਾਰ ਬਣਾਉਣ ਦਾ, ਉਹ ਚਾਹੇਗੀ ਕਿ ਇੰਡਸਟਰੀ ਫਲਰਿਸ਼ ਕਰੇ, ਇੰਡਸਟਰੀ ਦਾ ਮਾਹੌਲ ਚੰਗਾ ਰਹੇ, ਜੋ ਪੰਜਾਬ 'ਚ ਇੱਕ ਗਰੋਇੰਗ ਕਰਵ ਹੈਗਾ ਇੰਡਸਟਰੀ ਦਾ ਉਹ ਬਣਿਆ ਰਹੇ। ਤਾਂ ਮੈਨੂੰ ਪੂਰੀ ਉਮੀਦ ਹੈ ਜਿਹਨੂੰ ਵੀ ਮੌਕਾ ਮਿਲਦਾ ਸਰਕਾਰ ਬਣਾਉਣ ਦਾ, ਉਹ ਇੰਡਸਟਰੀ ਦਾ ਸਪੋਰਟ ਚਾਹੇਗੀ ਤੇ ਇੰਡਸਟਰੀ ਫਰੈਂਡਲੀ ਪਾਲਿਸੀਜ਼ ਹੀ ਆਉਣਗੀਆਂ। ਇਸ ਵਾਰੀ ਜਿਹੜੀ ਪੋਲੀਟੀਕਲ ਪਾਰਟੀਜ਼ ਹੈ ਉਹਨਾਂ ਦੇ ਜਿਹੜਾ ਉਸ 'ਚ ਬਿਹੇਵੀਅਰ 'ਚ ਕੋਈ ਫਰਕ ਨਜ਼ਰ ਆਇਆ? ਜਿੱਦਾਂ ਪਹਿਲਾਂ ਹੁੰਦਾ ਸੀ ਸਿਰਫ 2 ਹੀ ਪਾਰਟੀਆਂ ਹੁੰਦੀਆਂ ਸੀ, ਇਸ ਵਾਰ ਦੇ ਆਰ ਮਲਟੀਪਲ, ਸੋ ਉਹਨਾਂ ਨੂੰ ਵੀ ਐਟ ਰਿਸਕ ਤੇ ਹੈਗੇ ਹੈ। ਸੋ ਲੱਗਿਆ ਕਿ ਉਹਨਾਂ ਦੀ ਅਪਰੋਚ ਟੂਵਰਡਸ ਇੰਡਸਟਰੀ ਕੁਝ ਡਿਫਰੈਂਟ ਹੈ? ਦੇਖੋ ਜੀ, ਅਸੀਂ ਐਜ਼ CII ਵੀ ਆਰ ਨਾਨ ਅਲਾਈਨਡ politically,
ਪਰ ਅਸੀਂ ਆਪਣਾ ਇੱਕ ਮੈਨੀਫੈਸਟੋ ਪ੍ਰਿਪੇਅਰ ਕਰਕੇ ਹਰ ਪੋਲੀਟੀਕਲ ਪਾਰਟੀ ਨੂੰ ਦਿੱਤਾ ਤੇ ਹਰ ਪੋਲੀਟੀਕਲ ਪਾਰਟੀ ਰਿਸੈਪਟਿਵ ਰਹੀ ਹੈ ਤੇ ਇਹ ਹੁਣ ਜਨਤਾ ਦੱਸੇਗੀ ਕਿ ਜਨਤਾ ਨੇ ਕਿਹਨੂੰ ਵੋਟ ਪਾਇਆ ਕਿਹਨੂੰ ਨਹੀਂ ਪਾਇਆ ਬਟ ਸੀਆਈਏ ਦਾ ਜਿਹੜੀ ਉਹਨਾਂ ਦੇ ਬਿਹੇਵੀਅਰ 'ਚ ਫਰਕ ਲੱਗਿਆ ਉਹਨਾਂ ਦੀ ਅਪਰੋਚ ਅੱਗੇ ਉਹਨਾਂ ਦੀ ਅਪਰੋਚ ਟੁਵਰਡਸ ਇੰਡਸਟਰੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਹਰ ਪੋਲੀਟੀਕਲ ਪਾਰਟੀ ਚਾਹੁੰਦੀ ਹੈ ਕਿ ਇੰਡਸਟਰੀ ਫਲਰਿਸ਼ ਕਰੇ ਇੰਡਸਟਰੀ ਫਲਰਿਸ਼ ਕਰੇਗੀ ਤਾਂ ਸਰਕਾਰ ਦਾ ਬੋਝ ਹਲਕਾ ਹੁੰਦਾ ਸੋ ਹਰ ਪਾਰਟੀ ਦਾ ਬਿਹੇਵੀਅਰ ਟੁਵਰਡਸ ਇੰਡਸਟਰੀ ਹੈਜ਼ ਬੀਨ ਪੋਜ਼ਿਟਿਵ ਨਹੀਂ ਚਾਹਨਾ ਤਾਂ ਸਰ ਹਮੇਸ਼ਾ ਹਰ ਵਾਰੀ ਆਫੀਸ਼ੀਅਲੀ ਤਾਂ ਸਾਰੇ ਇਦਾਂ ਕਹਿੰਦੇ ਪਰ ਐਕਸ਼ਨ ਉੱਦਾਂ ਦੇ ਤੇ ਇਸ ਵਾਰ ਦੇ ਐਕਸ਼ਨਸ 'ਚ ਫਰਕ ਨਜ਼ਰ ਆਇਆ ਤੁਹਾਨੂੰ ਕਿਤੇ ਬਿਕੋਜ਼ ਯੂ ਆਰ ਵੈਰੀ ਕਲੋਜ਼ਲੀ ਵਰਕ ਵਿਦ ਗਵਰਨਮੈਂਟ last 2 years because there was a COVID so many things so ਇਸ ਵਾਰੀ ਕੰਪੀਟੀਸ਼ਨ ਉਹਨਾਂ 'ਚ ਹੋ ਗਿਆ ਅੱਗੇ ਇੰਡਸਟਰੀ 'ਚ ਹੁੰਦਾ ਸੀ ਇਸ ਵਾਰੀ ਉਹਨਾਂ 'ਚ ਕੰਪੀਟੀਸ਼ਨ ਹੋ ਗਿਆ ਸੋ ਤੁਹਾਨੂੰ ਅਪਰੋਚ ਦੇ ਵਿੱਚ ਕਿੱਦਾਂ ਦਾ ਸਾਰਿਆਂ ਦੇ ਰੋਲ ਪੋਜ਼ਿਟਿਵ ਹੈ ਚਾਹੇ ਜਿਹੜੀ ਮਰਜ਼ੀ ਪਾਰਟੀ ਦਾ ਤੁਸੀਂ ਨਾਂ ਲਓ ਹਰੇਕ ਦਾ ਰੋਲ ਪੋਜ਼ਿਟਿਵ ਹੈ ਐਵਰੀਵਨ ਹੈਡ ਅ ਪੋਜ਼ਿਟਿਵ ਰੋਲ ਪੰਜਾਬ ਦੀ ਇੰਡਸਟਰੀ ਲਈ ਵਧੀਆ ਸੁਨਹਿਰੀ ਮੌਕਾ ਆ ਰਿਹਾ ਇਟ ਇਜ਼ ਅ ਗੁੱਡ ਟਾਈਮ ਜਿਹੜਾ ਆਏਗਾ ਦੇਖੋ ਸੈਂਟਰ ਗਵਰਨਮੈਂਟ ਇਜ਼ ਪ੍ਰੋਵਾਈਡਿੰਗ ਦ ਪਲੇਟਫਾਰਮ state governments are using that platform ਤੇ ਹਰ ਸਟੇਟ ਗਵਰਨਮੈਂਟ ਜਿੱਦਾਂ ਹਰ ਸਟੇਟ ਗਵਰਨਮੈਂਟ ਲੱਗੀ ਹੈ ਕਿ ਮੈਂ ਆਪਣਾ ਸਟੇਟ ਮੈਂ ਟੌਪ ਤੇ ਲੈ ਕੇ ਆਣਾ ਆਪਣਾ ਸਟੇਟ ਟੌਪ ਤੇ ਲੈ ਕੇ ਆਣਾ ਤਾਂ ਇਹ ਜਿਹੜਾ ਹੈਲਥੀ ਕੰਪੀਟੀਸ਼ਨ ਹੈ ਇਹ ਕੰਪੀਟੀਸ਼ਨ ਨੂੰ ਜਿੱਤਣ ਵਾਸਤੇ ਪ੍ਰਾਈਵੇਟ ਪਾਰਟਨਰਸ਼ਿਪ ਚਾਹੀਦੀ ਹੈ ਸੋ ਐਵਰੀ ਪੋਲੀਟੀਕਲ ਪਾਰਟੀ ਲੁਕਸ ਅਪਨ every private player private industry to step up and flourish ਤੇ ਉਹ ਤਾਂ ਹੀ ਫਲਰਿਸ਼ ਕਰ ਸਕਦੀਆਂ ਜਦ ਈਜ਼ ਆਫ ਡੂਇੰਗ ਬਿਜ਼ਨਸ ਨੋਰਮ ਚੰਗੇ ਹੋਣ ਸੋ ਇਟਸ ਅ ਵਿਨ-ਵਿਨ ਓਕੇ ਥੈਂਕ ਯੂ ਸਰ ਥੈਂਕ ਯੂ ਸੋ ਦੋਸਤੋ ਇਹ ਸੀਗੇ ਮਿਸਟਰ ਸਿਧਾਨਾ ਜਿਨ੍ਹਾਂ ਨੇ ਸਾਨੂੰ ਪੰਜਾਬ ਸੀਆਈਏ ਚੇਅਰਮੈਨ ਸੀਗੇ ਔਰ ਇਹਨਾਂ ਨੇ ਸਾਨੂੰ ਦੱਸਿਆ ਯੂਕਰੇਨ ਤੇ ਯੂਐਸ ਦੇ ਮੁੱਦੇ ਤੇ ਯੂਕਰੇਨ ਐਂਡ ਰੂਸ ਦੇ ਮੁੱਦੇ ਤੇ ਉਹਨਾਂ ਨੇ ਆਪਣਾ ਓਪੀਨੀਅਨ ਦਿੱਤਾ ਉੱਥੇ ਹੀ ਉਹਨਾਂ ਨੇ ਪੰਜਾਬ ਦੇ ਇਸ ਵਾਰੀ ਜਿਹੜਾ ਵੱਖ-ਵੱਖ ਪਾਰਟੀਆਂ ਦਾ ਪੰਜਾਬ ਦੇ ਵਿੱਚ ਰੋਲ ਰਿਹਾ ਭੂਮਿਕਾ ਰਹੀ ਉਹਨੂੰ ਲੈ ਕੇ ਵੀ ਉਹਨਾਂ ਨੇ ਆਪਣਾ ਓਪੀਨੀਅਨ ਦਿੱਤਾ ਸੋ ਇੱਦਾਂ ਵੱਖ-ਵੱਖ ਮੁੱਦਿਆਂ ਤੇ ਰੂਬਰੂ ਹੁੰਦੇ ਰਹਾਂਗੇ ਦੇਖਦੇ ਰਹੋ ਬਨੇ ਰਹੋ ਜਨ ਹਿਤੈਸ਼ੀ ਧੰਨਵਾਦ